ਕਹਿੰਦੇ ਹਨ ਬ੍ਰਾਹਮਣ ਦਾ ਅੰਤਮ ਸੰਸਕਾਰ ਕਰਕੇ ਮੁਨਸ਼ੀ ਨੇ ਰਾਤ ਸੌਣ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਤੇ ਅਰਦਾਸ ਕੀਤੀ, हे ਸੱਚੇ ਪਾਤਸ਼ਾਹ ਮੇਰੇ ਰਸੋਈਏ ਦਾ ਕੀ ਬਣਿਆ ਹੋਵੇਗਾ, ਉਸ ਦੀ ਆਤਮਾ ਭਟਕ ਰਹੀ ਹੋਵੇਗੀ, ਮੈਨੂੰ ਬਹੁਤ ਚਿੰਤਾ ਲੱਗੀ ਹੋਈ ਹੈ। ਇਹ ਮੁਨਸ਼ੀ ਰਾਤ ਅਰਦਾਸ ਕਰਕੇ ਜਦੋਂ ਸੁੱਤਾ ਤਾਂ ਸੁਪਨੇ ਵਿੱਚ ਨਿਰੰਕਾਰ ਨੇ ਇਸ ਦਾ ਸੰਸਾਰ ਦੂਰ ਕੀਤਾ। ਉਸ ਰਸੋਈਏ ਦੀ ਆਤਮਾ ਮੁਨਸ਼ੀ ਦੇ ਸੁਪਨੇ ਵਿੱਚ ਉਸ ਦਾ ਭਰਮ ਕੱਟਣ ਲਈ ਆਈ ਤੇ ਕਹਿਣ ਲੱਗੀ ਕਿ ਤੁਹਾਡੀ ਤਸੱਲੀ ਵਾਸਤੇ ਮੈਨੂੰ ਨਿਰੰਕਾਰ ਨੇ ਭੇਜਿਆ ਹੈ। ਤੁਸੀਂ ਜਦੋਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹ ਰਹੇ ਸੀ, ਮੈਂ ਲੰਮਾ ਪਿਆ ਸੁਣ ਰਿਹਾ ਸਾਂ, ਉਸ ਦਾ ਸਦਕਾ ਮੈਨੂੰ ਸੱਚਖੰਡ ਵਿੱਚ ਜਗ੍ਹਾ ਮਿਲ ਗਈ ਹੈ। ਜਦੋਂ ਮੇਰੇ ਪ੍ਰਾਣ ਨਿਕਲੇ ਉਸ ਸਮੇਂ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ ਸੀ, ਮੇਰੇ ਕੰਨਾਂ ਵਿੱਚ ਇਸ ਪਵਿੱਤਰ ਬਾਣੀ ਦੀਆਂ ਪੰਕਤੀਆਂ ਪੈਣ ਕਰਕੇ ਮੈਨੂੰ ਨਿਰੰਕਾਰ ਨੇ ਸਰਬ ਉੱਚ ਪਦਵੀ ਬਖਸ਼ੀ ਹੈ। ਇਸ ਬਾਣੀ ਸਦਕਾ ਮੇਰਾ ਆਉਣਾ ਜਾਣਾ ਕੱਟਿਆ ਗਿਆ ਹੈ, ਜਨਮ ਮਰਨ ਕੱਟਿਆ ਗਿਆ ਹੈ। ਹੋ ਸਕਦਾ ਹੈ ਸੁਪਨੇ ਦੀ ਗੱਲ ਪੜ੍ਹ ਕੇ ਕਈਆਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਵੇ, ਸੁਪਨਾ ਹੀ ਆਇਆ ਸੀ ਨਾ, ਕੀ ਪਤਾ ਪਾਰ ਉਤਾਰਾ ਹੋਇਆ ਵੀ ਹੋਵੇਗਾ ਕਿ ਨਹੀਂ। ਗੁਰ ਇਤਿਹਾਸ ਵਿੱਚੋਂ ਐਸੀਆਂ ਕਈ ਮਿਸਾਲਾਂ ਮਿਲਦੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਸੁਪਨਿਆਂ ਦੇ ਰਾਹੀਂ ਵੀ ਕਾਰਜ ਸਵਾਰਦਾ ਹੈ। ਭਾਈ ਸੱਜਾ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੇਵਾਦਾਰ ਨੂੰ ਕਹਿ ਕੇ 6 ਮਹੀਨੇ ਲਈ ਕਮਰੇ ਵਿੱਚ ਬੰਦ ਕਰਵਾ ਦਿੱਤਾ ਸੀ, ਕਿਉਂਕਿ ਉਹ ਕਹਿੰਦਾ ਸੀ ਕਿ ਮੈਂ ਘਰ ਦੀ ਰੋਟੀ ਮੈਂ ਚਲਾਉਂਦਾ ਹਾਂ, ਮੈਂ ਨਾ ਹੋਵਾਂ ਤਾਂ ਘਰਦਿਆਂ ਦਾ ਗੁਜ਼ਾਰਾ ਹੀ ਨਹੀਂ ਚੱਲ ਸਕਦਾ, ਮੈਂ ਕਮਾਉਂਦਾ ਹਾਂ ਤੇ ਉਹ ਖਾਂਦੇ ਹਨ। ਗੁਰੂ ਸਾਹਿਬ ਜੀ ਨੇ ਉਹਨੂੰ ਸੇਧ ਦੇਣ ਲਈ ਸਭ ਨੂੰ ਰੋਜੀ ਦੇਣ ਵਾਲਾ ਨਿਰੰਕਾਰ ਹੈ, ਆਪਣੇ ਸੇਵਾਦਾਰ ਨੂੰ ਹੁਕਮ ਕੀਤਾ ਕਿ ਇਸ ਨੂੰ 6 ਮਹੀਨੇ ਲਈ ਕਮਰੇ ਦੇ ਅੰਦਰ ਡੱਕ ਦਿਓ, ਬਿਲਕੁਲ ਬਾਹਰ ਨਹੀਂ ਨਿਕਲਣ ਦੇਣਾ। ਉਸ ਭਾਈ ਸੱਜੇ ਦੇ ਗੁਆਂਢ ਦੇ ਘਰ ਇੱਕ ਸੇਠ ਰਹਿੰਦਾ ਸੀ। ਉਸ ਨੂੰ ਗੁਰੂ ਸਾਹਿਬ ਦੇ ਸੁਪਨੇ ਵਿੱਚ ਦਰਸ਼ਨ ਦੇ ਕੇ ਆਖਿਆ ਸੀ, ਤੇਰੇ ਨਾਲ ਦੇ ਘਰ ਮੇਰੇ ਸਿੱਖ ਦਾ ਹੈ, ਇਸ ਨੂੰ ਕੋਈ ਲੋੜ ਹੋਵੇ ਤਾਂ ਤੂੰ ਪੂਰੀ ਕਰਨੀ ਹੈ। ਭਾਵ ਕਿ ਗੁਰੂ ਸੁਪਨੇ ਵਿੱਚ ਵੀ ਵਰਤਦਾ ਹੈ। ਹੋਰ ਵੀ ਬੜੀਆਂ ਮਿਸਾਲਾਂ ਹਨ। ਮੁਨਸ਼ੀ ਨੂੰ ਸੁਪਨੇ ਵਿੱਚ ਨੌਕਰ ਨੇ ਕਿਹਾ ਕਿ ਮੇਰਾ ਪਾਰ ਉਤਾਰਾ ਹੋ ਗਿਆ, ਮੇਰਾ ਜਨਮ ਮਰਨ ਕੱਟਿਆ ਗਿਆ। ਜੇ ਐਸਾ ਨਾ ਹੋਇਆ ਹੁੰਦਾ, ਇਹ ਸੁਪਨਾ ਵੀ ਦੱਸ ਸਕਦਾ ਕਿ ਉਹ ਭੂਤਾਂ ਦੀ ਜੂਨ ਵਿੱਚ ਪਿਆ ਹੈ। ਸੁਪਨੇ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਹੁਤ ਮਹਾਨਤਾ ਦਰਸਾਈ ਹੈ। ਸੁਪਨੇ ਵਿੱਚ ਵੀ ਦਰਸ਼ਨ ਹੋ ਜਾਂਦੇ ਹਨ। ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ। ਇੱਥੋਂ ਤੱਕ ਕਿ ਗੁਰੂ ਸਾਡੇ ਕਈ ਦੁੱਖ, ਕਈ ਔਖੇ ਸਮੇਂ, ਕਈ ਮਾੜੇ ਜਨਮ ਵੀ ਸੁਪਨੇ ਵਿੱਚ ਕੱਟ ਦਿੰਦਾ ਹੈ। ਜੇ ਚੌਧਰੀ ਸ਼ਮੀਰ ਦੀ ਗੱਲ ਲਈਏ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਸਮੇਂ ਬੜੀ ਸੇਵਾ ਕੀਤੀ ਜਦੋਂ ਮੁਗਲਾਂ ਦਾ ਰਾਜ ਸੀ, ਤੇ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਵਾਲੇ ਦੇ ਸਰਕਾਰ ਮਗਰ ਲੱਗ ਜਾਂਦੀ ਹੈ, ਬੜਾ ਖਤਰਾ ਸੀ। ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ, ਮੇਰੀ 84 ਕੱਟ ਦਿਓ। ਗੁਰੂ ਸਾਹਿਬ ਕਹਿਣ ਲੱਗੇ ਕੱਲ ਆਵੀਂ। ਜਦੋਂ ਅਗਲੇ ਦਿਨ ਆਇਆ ਫਿਰ ਬੇਨਤੀ ਕੀਤੀ, ਸਤਿਗੁਰੂ ਜੀ ਮੇਰੀ 84 ਕੱਟ ਦਿਓ। ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ, ਤੇਰਾ ਕੰਮ ਰਾਤੀ ਕਰਤਾ ਦਿੱਤਾ ਹੈ। ਉਹ ਕਹਿੰਦਾ ਮੈਂ ਸਮਝਿਆ ਨਹੀਂ। ਗੁਰੂ ਸਾਹਿਬ ਜੀ ਕਹਿੰਦੇ ਸਾਨੂੰ 10 ਰਾਤ ਕਿਵੇਂ ਬੀਤੀ। ਉਹ ਕਹਿਣ ਲੱਗਾ ਮੈਂ ਰਾਤ 2 ਸੁਪਨੇ ਵੇਖੇ ਬੜੇ ਹੀ ਭੈੜੇ, ਜਿਨ੍ਹਾਂ ਵਿੱਚ ਮੈਂ ਬੜੀਆਂ ਹੀ ਭੈੜੀਆਂ ਜੂਨਾਂ ਵਿੱਚ ਵਿਚਰਦਾ ਰਿਹਾ। ਸਤਿਗੁਰੂ ਜੀ ਕਹਿੰਦੇ ਤੂੰ ਇੰਨੇ ਖਤਰੇ ਦੇ ਸਮੇਂ ਵਿੱਚ ਸਾਡੀ ਸੇਵਾ ਕੀਤੀ ਹੈ, ਸਾਨੂੰ ਦੁੱਧ ਲਿਆ ਕੇ ਛਕਾਉਂਦਾ ਰਿਹਾ ਹਾਂ, ਅਸੀਂ ਤੇਰੇ ਤੇ ਪ੍ਰਸੰਨ ਹਾਂ। ਤੂੰ ਇਹ ਜਿੰਨੀਆਂ ਜੂਨਾਂ ਸੁਪਨੇ ਵਿੱਚ ਵੇਖੀਆਂ ਇਹ ਤੂੰ ਸਰੀਰ ਕਰਕੇ ਭੋਗਣੀਆਂ ਸਨ। ਗੁਰੂ ਨਾਨਕ ਜੀ ਨੇ ਕਿਰਪਾ ਕਰਕੇ ਤੇਰੀਆਂ ਸਾਰੀਆਂ ਜੂਨਾਂ ਸੁਪਨਿਆਂ ਵਿੱਚ ਕੱਟ ਦਿੱਤੀਆਂ ਹਨ। ਮੰਡੀ ਦੇ ਰਾਜੇ ਦੇ ਮਨ ਵਿੱਚ ਵੀ ਜਦੋਂ ਤਰੇੜ ਆ ਗਈ, ਇਹ ਪੰਕਤੀ ਸੁਣ ਕੇ ਲੇਖ ਨਾ ਮਿਟੀ ਹੈ ਸਿੱਖੀ ਜੇ ਲਿਖਿਆ ਕਰਤਾਰ, ਕਿ ਜੇ ਲੇਖ ਹੀ ਨਹੀਂ ਮਿਟਣੇ ਤਾਂ ਗੁਰੂ ਘਰ ਵਿੱਚ ਆਉਣ ਦਾ ਕੀ ਲਾਭ। ਗੁਰੂ ਅਰਜਨ ਦੇਵ ਜੀ ਨੇ ਉਸ ਨੂੰ ਉਸ ਦਾ ਆਉਣ ਵਾਲਾ ਜਨਮ ਸੁਪਨੇ ਵਿੱਚ ਵਿਖਾਇਆ, ਕਿਵੇਂ ਉਸਨੇ ਚੰਡਾਲਾਂ ਦੇ ਘਰ ਜਨਮ ਲੈਣਾ ਸੀ, ਕਿਵੇਂ ਉਸਦੇ ਅੱਤ ਦੀ ਗਰੀਬੀ ਭੋਗਣੀ ਸੀ, ਪੀਲੂ ਖਾ ਕੇ ਗੁਜ਼ਾਰਾ ਕਰਨਾ ਸੀ। ਪਰ ਗੁਰੂ ਘਰ ਆਉਣ ਕਾਰਨ ਉਸ ਦਾ ਇਹ ਮਾੜਾ ਜਨਮ ਨਿਰੰਕਾਰ ਨੇ ਸੁਪਨੇ ਵਿੱਚ ਹੀ ਕੱਟ ਦਿੱਤਾ। ਇਸ ਨਾਲ ਨਿਰੰਕਾਰ ਦੀ ਵਿਧ ਵੀ ਪੂਰੀ ਹੋ ਜਾਂਦੀ ਹੈ। ਸੁਪਨੇ ਵਿੱਚ ਹੀ ਜਨਮ ਮਰਨ ਕੱਟਿਆ ਜਾਂਦਾ ਹੈ, ਸਰੀਰ ਦੇ ਤਕਲੀਫ ਨਹੀਂ ਭੋਗਣੀ ਪੈਂਦੀ। ਜਦੋਂ ਕਿਸੇ ਗੁਰਸਿੱਖ ਨੂੰ ਭੈੜਾ ਸੁਪਨਾ ਆਵੇ ਤਾਂ ਸਮਝ ਲੈਣਾ ਜੋ ਕੁਝ ਬੀਤਣਾ ਸੀ ਗੁਰੂ ਨੇ ਕਿਰਪਾ ਕਰਕੇ ਗੁਰੂ ਜੀ ਨੇ ਸੁਪਨੇ ਵਿੱਚ ਹੀ ਕੱਟ ਦਿੱਤਾ।
गल चल रही सी सुखमनी साहिब जी की महानता बारे। सुखमनी साहिब जी की बाणी पढ़ सुनने वाले का जन्म मन कट्टिया जाता है। सुखमनी साहिब जी की बाणी पढ़न नाल कईयां दे पार उतारे होए, इतिहास विच कईयां दा जिक्र आउंदा है। ये पक्की गल यकीन वाली है, जे घर विच कोई बंदगी करने वाला शरीर होवे, बाणी नाल प्रेम करने वाला होवे, उस दे सदके उस दियां 21 कुल्लां तो तर सकदियां हन। बाबा नानक सिंह जी बचन करते सन ना, 21 कुल्लां किहड़ियां? 7 नानकियां दियां, 7 दादकियां दियां ते 7 सहुरियां दियां। शायद कईयां दे मन विच ये शंका पैदा हो जावे कि इस एक दे सदका 21 कुल्लां किवें तर सकदियां हन। गुरु गोबिंद सिंह जी के समय की इतिहासक साखी भी इस गल की गवाही दिंदी है। 10वें पातशाह धन धन गुरु गोबिंद सिंह जी ने जदों भाई सैदा जो बेड़ी चलाउण की किरत करदा सी, उस दियां प्रेम भरियां पुकारां सुन के भाई दया सिंह ते अपने होर कुछ सिंघां दे नाल उस दी भावना पूरी करन लई उसनूं दिदारे दिते। उस दी बेड़ी विच अपने सिंघां समेत बैठ गए ते आख्या, पुरखा सानूं दूजे किनारे लै चल। भाई सैदा प्रेम विच भिजा, जदों बेड़ी नूं लैके दूजे किनारे पुज्जा तां कलगीधर पातशाह ने मोहरां दी थैली उसनूं देनी चाही, पर भाई सैदे ने बेनती कीती, सच्चे पातशाह ये मोहरां दी थैली मैनूं नहीं चाहीदी। सतगुरु कहंदे फिर की चाहीदा है? भाई सैदा कहण लगा, मेरा तुहाडा धंधा इक्को जिहा है। उसकी ये गल सुन के सिंह बड़े हैरान होए, किहो जिहा घटिया वचन कीता है। पर भाई सैदा प्रेम विच भिजा कहण लगा, सतगुरु जी मैं लोगों नूं बेड़े विच बिठा के पानी दे सागर विचों एक किनारे तो दूसरे किनारे पहुँचाउंदा हां, ते तुसीं इस भाव सागर तो लोगों के बेड़े बन्ने लाउंदे हो। जिवें मैं तुहानूं इस बेड़ी विच बिठा के इस सागर तो पार कराया, एक किनारे तो दूसरे किनारे पहुँचाया, तुसीं मेरी जिंदगी का बेड़ा दूसरे किनारे ला दिओ, भाव मेरा भाव सागर तो पार उतारा करा दिओ। कलगीधर उसके प्रेम भरे वचन सुन के बड़े प्रसन्न होए। भाई दया सिंह नूं कहा, गिनती करो बेड़ी विच किन्ने सिंह हन। भाई दया सिंह ने गिनती करके दस्सिया, पातशाह जी मेरे समेत 21 हन। सतगुरु जी कहण लगे, प्यारिया तू साढ़े 21 सिंघां नूं बेड़ी विच बिठा के दूसरे किनारे लाया है, मैं एक तैनूं की तारना है, तेरियां 21 कुल्लां तारांगा। जे पुरातन इतिहास वाल झाती मारीए तां एक प्रहलाद सी जिसने सांझ पाई सी भगवान के चरणों नाल। जदों भगवान प्रगट होए, थम विचों नरसिंह अवतार का रूप धार के हरनाकश नूं खत्म करन लई तां भगत प्रहलाद ने भगवान नूं कहा सी, भगवान भावें इसने मैनूं बड़े तसीहे दिते, पहाड़ी तो रेड़िया, अग विच साड़न की कोशिश की, तत्ते थम नाल जप्फी पाउण लई कहा, पर है तो मेरा पिता ही, किधरे नरकां नूं ना जावे, इसका पार उतारा कर देना। भगवान कहण लगे, प्रहलाद तू एक अपने पिता का पार उतारा करन लई कह रहा है, तेरियां तां 21 कुल्लां दा पार उतारा होवेगा। भाव सुखमनी साहिब जी की बाणी का प्रेम करने वाला केवल आप नहीं तरदा, सगों जे गुरु साहिब जी की मेहर होवे, सुखमनी साहिब जी की बाणी घर विच आ जावे, उसका परिवार ते उस दियां 21 कुल्लां भी तर सकदियां हन। सुखमनी साहिब जी की बाणी पढ़न नाल जिथे लोक दे सुख मिलते हैं, उत्थे नाल ही परलोक दीयां दातां भी झोली विच पैंदियां हन। वाहिगुरू जी का खालसा।